साध संगत जी एक शब्द जिहड़ा पहले मैं जिक्र किया सीगा वो मैं वीर MP सिंह बेनती कर लगा कि कई जन्म पे कीट पतंगा इसका रैफरेंस लैके एक वीर जी ने सवाल भेजा है कि क्या गुरमत अनुसार पुनर्जन्म हुंदा है कि नहीं हुंदा। MP सिंह जी कृपा कर। वाहिगुरू जी का खालसा वाहिगुरू वाहिगुरू जी जी की की फतेह। फतेह। शब्द जिस दे रेफरेंस ਵਿੱਚ ਸਵਾਲ ਆਇਆ ਹੈ ਉਹ ਆਪ ਜੀ ਦੀ ਸਕਰੀਨ ਦੇ ਉੱਤੇ ਡਿਸਪਲੇ ਕਰਵਾਇਆ ਗਿਆ ਹੈ। ਜਿਵੇਂ ਆਪ ਜਾਣਦੇ ਹੋ ਕਿ ਸ਼ਬਦ ਦਾ ਕੇਂਦਰੀ ਭਾਵ ਰਾਹੋ ਦੀ ਪੰਕਤੀ 'ਚ ਹੁੰਦਾ ਹੈ ਤੇ ਉੱਥੋਂ ਹੀ ਅਸੀਂ ਗੱਲ ਸ਼ੁਰੂ ਕਰਾਂਗੇ। ਇਸ ਸ਼ਬਦ ਦੀ ਰਾਹੋ ਦੀ ਪੰਕਤੀ ਹੈ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ। ਉਹ ਇਹਦੇ ਅਖਰੀ ਅਰਥ ਹਨ ਕਿ ਭਾਈ ਇਹ ਜਗਦੀਸ਼ ਨੂੰ ਜਗਤ ਦੇ ਮਾਲਕ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਉਹ ਉਸੇ ਨੂੰ ਮਿਲਣ ਦਾ ਤੂੰ ਆਹਰ ਕਰ ਕਿਉਂਕਿ ਇਹ ਉਸ ਨਾਲ ਮਿਲਣ ਦੀ ਇਹ ਮਨੁੱਖਾ ਇਹ ਵਾਰੀ ਕਿਹੜੀ ਇਹ ਮਨੁੱਖਾ ਜਨਮ ਰੈਫਰੈਂਸ ਉਸ ਦੇ ਬਾਰੇ ਗੱਲ ਹੋ ਰਹੀ ਹੈ। ਫਿਰ ਨਾਲ ਹੀ ਅੱਗੇ ਗੱਲ ਸਪਸ਼ਟ ਵੀ ਕਰ ਦਿੱਤੀ ਹੈ ਕਿ ਚਿਰੰਕਾਲ ਇਹ ਦੇਹ ਸੰਜਰੀਆ ਕਿ ਬੜੇ ਚਿਰ ਪਿੱਛੋਂ ਬੜੀ ਦੇਰ ਪਿੱਛੋਂ ਤੈਨੂੰ ਇਹ ਦੇਹ ਇਹ ਸਰੀਰ ਪ੍ਰਾਪਤ ਹੋਇਆ ਹੈ। ਸੰਜਰੀਆ ਤੋਂ ਭਾਵ ਇਹ ਹੈ ਕਿ ਪ੍ਰਾਪਤ ਹੋਇਆ ਹੈ। ਉਹ ਇੱਕ ਗੱਲ ਤੇ ਇਹਦੇ 'ਚ ਇਸ਼ਾਰਾ ਆ ਹੀ ਗਿਆ ਕਿ ਵੀ ਇਹ ਬੜੀ ਦੇਰ ਬਾਅਦ ਮਿਲੀ ਹੈ ਮਨੁੱਖਾ ਦੇਹ। ਇਹਦਾ ਮਤਲਬ ਹੈ ਕਿ ਇਸ ਮਨੁੱਖਾ ਦੇਹ ਤੋਂ ਪਹਿਲਾਂ ਕੁਝ ਹੋਰ ਸੀ ਜਿਸ ਤੋਂ ਬਾਅਦ ਇਹ ਦੇਹ ਮਿਲੀ ਹੈ। ਉਹ ਕੀ ਪਹਿਲਾਂ ਸੀਗਾ ਉਹ ਗੱਲਾਂ ਹੁਣ ਬਾਕੀ ਦੇ ਪਦਿਆਂ ਦੇ ਵਿੱਚ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ ਵੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ। ਤਾਂ ਗੁਰੂ ਸਾਹਿਬ ਇੱਥੇ ਇਸ ਗੱਲ ਨੂੰ ਖੋਲ ਰਹੇ ਹਨ ਕਿ ਵੀ ਇਹ ਚਿਰੰਕਾਲ ਇਹ ਦੇਰ ਤੋਂ ਬਾਅਦ ਇਹ ਦੇਹ ਜਿਹੜੀ ਮਿਲੀ ਹੈ ਉਸ ਤੋਂ ਪਹਿਲਾਂ ਕੀ ਸੀਗਾ ਜਦੋਂ ਉਦੋਂ ਦੇਹ ਨਹੀਂ ਸੀ ਮਿਲੀ ਹੈ। ਤੋ ਕਈ ਜਨਮਾਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਨਸਾਨ ਮਨੁੱਖਾ ਜਨਮ ਤੋਂ ਪਹਿਲਾਂ ਕਈ ਜਨਮ ਕੀੜੇ ਮਕੌੜੇ ਪਤੰਗੇ ਆਦਿ ਦੇ ਰੂਪ ਵਿੱਚ ਰਿਹਾ ਬੰਦਾ ਰਿਹਾ। ਕਈ ਜਨਮ ਗੱਜ ਹਾਥੀ ਮੀਨ ਮਛਲੀ ਤੇ ਕੁਰੰਗ ਹਿਰਨ ਇਹ ਇਸ ਤਰ੍ਹਾਂ ਦੀਆਂ ਜੂਨੀਆਂ ਵਿੱਚੋਂ ਹੀ ਨਿਕਲਿਆ। ਕਈ ਜਨਮ ਪੰਖੀ ਸਰਪ ਹੋਇਆ ਪੰਛੀ ਬਣਿਆ ਸੱਪ ਬਣਿਆ। ਕਈ ਜਨਮ ਹੈਵਰ ਬ੍ਰਿਖ ਜੋਇਓ ਹੈਵਰ ਘੋੜੇ ਬ੍ਰਿਖ ਇਹ ਜੋ ਲਫ਼ਜ਼ ਹੈ ਸੰਸਕ੍ਰਿਤ ਦਾ ਰੂਟ ਹੈ ਇਹਦਾ ਅਰਥ ਹੈਗਾ ਬੈਲ। तो बैल बन के वो तू बलद का जो कम है जो जोया गया भार लद्दा रहा तो ये कम भी किते हुण ये अपने आप ਵਿੱਚ वैसे गल तो बड़ी क्लीयर हो जाती है कि गुरु साहब ने मनुखा जन्म तो पहला कई तरह की जूनिया का रेफरेंस दिता है कि भी ये कुछ बंदे दे नाल वापरिया। पर अजकल ਦੇ ਕੁਝ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਸਾਡੇ ਮਾਡਰਨ ਕਈ ਵਿਦਵਾਨ ਹਨ ਜ਼ਿਆਦਾ ਪੜ੍ਹੇ ਲਿਖੇ ਵਿਦਵਾਨ ਹਨ ਉਹ ਕਹਿੰਦੇ ਹਨ ਨਹੀਂ ਜੀ ਤੁਸੀਂ ਇਹ ਸਨਾਤਨ ਮਤ ਦੀ ਜਿਹੜੀ ਵਿਚਾਰਧਾਰਾ ਹੈ ਇਹਦੇ ਮਗਰ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਇਹ ਕਹਿੰਦੇ ਹਨ ਕਿ ਕੋਈ ਪਿਛਲੇ ਜਨਮ ਨਹੀਂ ਹੁੰਦੇ ਤੇ ਇਸੇ ਕਰਕੇ ਸ਼ਾਇਦ ਇਹ ਸਵਾਲ ਵੀ ਕਿਸੇ ਦੇ ਮਨ 'ਚ ਉੱਠਿਆ ਹੋਇਆ ਹੈ ਕਿ ਵੀ ਇਹ ਕਨਫਿਊਜ਼ਨ ਹੋ ਰਿਹਾ ਕਿ ਵਾਕਈ ਪੁਨਰ ਜਨਮ ਹੁੰਦਾ ਵੀ ਹੈ ਕਿ ਨਹੀਂ ਹੁੰਦਾ। ਉਹਨਾਂ ਦਾ ਆਰਗੂਮੈਂਟ ਇਹ ਹੈ ਜੀ ਕਿ ਜਿਹੜੇ ਸਾਰੇ ਜਨਮ ਨੇ ਨਾ ਵੱਖਰੀਆਂ ਵੱਖਰੀਆਂ ਜੂਨੀਆਂ ਇਹ ਸਭ ਮਨੁੱਖਾ ਜਨਮ ਦੇ ਅੰਦਰ ਹੀ ਨੇ। ਇੱਕੋ ਜਨਮ ਵਿੱਚ ਅਸੀਂ ਰੋਜ਼ ਜਨਮਦੇ ਮਰਦੇ ਹਾਂ। ਆਤਮਿਕ ਤੌਰ ਦੇ ਉੱਤੇ ਸਾਡੇ ਅੰਦਰ ਅਗਰ ਜੇ ਅਸੀਂ ਕੋਈ ਭੈੜੇ ਕੰਮ ਕਰਦੇ ਹਾਂ ਤੇ ਅਸੀਂ ਜਾਨਵਰ ਦੀ ਜੂਨ ਪੈ ਜਾਂਦੇ ਹਾਂ। ਜੇ ਅਸੀਂ ਪਰਮਾਤਮਾ ਦੇ ਸ਼ੁਭ ਗੁਣਾਂ ਦੇ ਅਨੁਸਾਰ ਉਹਦੀ ਰਜ਼ਾ ਦੇ ਵਿੱਚ ਕੋਈ ਕੰਮ ਕਰਦੇ ਹਾਂ ਤਾਂ ਅਸੀਂ ਮੁੜ ਕੇ ਮਨੁੱਖ ਬਣ ਜਾਂਦੇ ਹਾਂ। ਤੇ ਇਹ ਹਾਥੀ ਘੋੜੇ ਕੁੱਤਾ ਉੱਲੂ ਸੂਰ ਇਹ ਸਭ ਕੁਝ ਅਸੀਂ ਮਨੁੱਖਾ ਜਨਮ ਦੇ ਅੰਦਰ ਹੀ ਬਾਰ-ਬਾਰ ਬਣਦੇ ਹਾਂ ਤੇ ਹੋਰ ਕੋਈ ਜਨਮ ਨਹੀਂ ਹੈਗਾ ਇੱਕੋ ਹੀ ਮਨੁੱਖਾ ਜਨਮ ਹੀ ਹੈਗਾ। ਇਸ ਤਰ੍ਹਾਂ ਦੀ ਵਿਚਾਰਧਾਰਾ ਸੁਣਨ ਨੂੰ ਮਿਲਦੀ ਹੈ ਤੇ ਉਹ ਜਿਹੜੇ ਇਹਨਾਂ ਪੰਕਤੀਆਂ ਦੇ ਅਰਥ ਵੀ ਇਸ ਤਰ੍ਹਾਂ ਕਰ ਦਿੰਦੇ ਹਨ ਬਈ ਕਈ ਜਨਮ ਭਏ ਕੀਟ ਪਤੰਗਾ ਬਈ ਇਸੇ ਮਨੁੱਖਾ ਸਰੀਰ ਦੇ ਅੰਦਰ ਕਈ ਵਾਰੀ ਤੂੰ ਕੀੜੇ ਪਤੰਗਾ ਬਣਿਆ ਕਈ ਵਾਰੀ ਤੂੰ ਹਾਥੀ ਬਣਿਆ ਮਛਲੀ ਬਣਿਆ ਹਿਰਨ ਬਣਿਆ ਕਿਉਂਕਿ ਜਿਹੋ ਜਿਹੇ ਜਾਨਵਰ ਦੇ ਸੁਭਾਅ ਦੇ ਮੁਤਾਬਕ ਤੂੰ ਕੰਮ ਕਰਦਾ ਹੈ ਤੂੰ ਉਹ ਜਿਹਾ ਹੀ ਜਨਮ ਲੈਂਦਾ ਹੈ। ਫਿਰ ਜਦੋਂ ਉਹ ਬਦਲ ਜਾਂਦਾ ਹੈ ਤੇ ਫਿਰ ਬਦਲ ਜਾਂਦਾ ਹੈ ਤੇ ਦੂਜਾ ਜਨਮ ਹੋ ਜਾਂਦਾ ਹੈ। तो ये गल शायद कुछ हद तक फिट कर भी लेंदे हैं क्योंकि लफज है कई जन्म भये कीट पतंगा बई मनुख क्योंकि कीड़े पतंगे हाथी वर्गे काम करता है तो वो जी जूनी मनुखा जन्म के रहते रहते ही हो जाती है। कुछ शायद फिटिंग हो जाती है इन्हां अर्थां दी। पर हुण अगले पदे दे गुरु साहब गल कर रहे हैं कई जन्म सैल गिर करया कई जन्म गर्भ हिर खरिया
ਕਈ ਜਨਮ ਸ਼ਾਕ ਕਰ ਉਪਾਇਆ, ਲੱਖ 84 ਜੋਨ ਭਰਮਾਇਆ। ਇਹ ਹੁਣ ਕਿਰਿਆ ਹੋ ਰਹੀ ਹੈ, ਕਰਿਆ ਤੇ ਖਰਿਆ ਤੇ ਉਪਾਇਆ ਤੇ ਭਰਮਾਇਆ। ਭਏ ਵਾਲੀ ਗੱਲ ਨਹੀਂ ਹੈ। ਭਏ ਚ ਤਾਂ ਚਲੋ ਹੋਇਆ ਵੀ ਇਨਸਾਨ ਆਪ ਹੋ ਗਿਆ, ਤੇ ਉੱਥੇ ਕੁਝ ਹੱਦ ਤੱਕ ਅਰਥ ਸੂਟ ਕਰ ਜਾਂਦੇ ਨੇ। ਪਰ ਹੁਣ ਗੱਲ ਆ ਰਹੀ ਹੈ ਕਿ ਪਰਮਾਤਮਾ ਨੇ ਇਨਸਾਨ ਨੂੰ ਕਈ ਜਨਮਾਂ ਵਿੱਚ ਤੈਨੂੰ ਪੱਥਰ ਤੇ ਚਟਾਨਾਂ ਰੂਪ ਵਿੱਚ ਵੀ ਬਣਾਇਆ। ਕਈ ਜਨਮ ਮਾਤਾ ਦਾ ਗਰਭ ਜਿਹੜਾ ਸੀਗਾ ਉਹ ਗਿਰ ਗਿਆ, ਛਨ ਗਿਆ ਗਰਭ ਹੀ। ਕਈ ਜਨਮ ਗਰਭ ਹਿਰ ਖਰਿਆ। ਹੁਣ ਗਰਭ ਮਾਤਾ ਦਾ ਗਿਰਾਨ ਵਾਲਾ ਇਨਸਾਨ ਆਪ ਤਾਂ ਨਹੀਂ ਹੋ ਸਕਦਾ। ਇਹ ਤਾਂ ਪਰਮਾਤਮਾ ਦੀ ਖੇਡ ਹੈ ਕਿ ਮਾਤਾ ਦੇ ਗਰਭ ਵਿੱਚ ਬੱਚਾ ਟਿਕਦਾ ਹੈ ਪਰ ਪੂਰਾ ਗਰੋ ਨਹੀਂ ਕਰਦਾ ਔਰ ਗਰਭ ਗਿਰ ਜਾਂਦਾ ਹੈ। तो ਉਹ ਇਨਸਾਨ ਨੇ ਕੋਈ ਆਪ ਕੰਮ ਨਹੀਂ ਕੀਤਾ, ਅਜੇ ਤਾਂ ਉਹ ਜੰਮਿਆ ਵੀ ਨਹੀਂ ਹੈ। ਪਰ ਗੁਰੂ ਸਾਹਿਬ ਉੱਥੇ ਗੱਲ ਕਰ ਰਹੇ ਹਨ, ਕਈ ਜਨਮ ਗਰਭ ਹਿਰ ਖਰਿਆ। ਹਿਰ ਖਰਿਆ ਤੋਂ ਭਾਵ ਇਹ ਹੈ ਡਿੱਗ ਗਿਆ ਗਰਭ, ਪੂਰਨ ਆਪਣੀ ਪੂਰਨ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ। ਫਿਰ ਕਈ ਜਨਮ ਸ਼ਾਖ ਕਰ ਉਪਾਇਆ। ਉਪਾਇਆ ਪੈਦਾ ਕੀਤਾ, ਇਨਸਾਨ ਨੇ ਨਹੀਂ ਪੈਦਾ ਕੀਤਾ, ਪਰਮਾਤਮਾ ਨੇ ਪੈਦਾ ਕੀਤਾ। ਲੱਖ 84 ਜੋਨ ਭਰਮਾਇਆ। 84 ਲੱਖ ਜੂਨਾਂ ਵਿੱਚ ਤੈਨੂੰ ਭਰਮਾਇਆ, ਭਟਕਾਇਆ, ਤੈਨੂੰ ਪਾਇਆ ਗਿਆ। तो ये अपने आप नहीं भटकिया, भटकाया गया। तो ये गल सीधा स्पष्ट करती है कि ये जो ਵੱਖੋ-ਵੱਖ जन्मां दे विच जो इंसान नूं गुजरना पैंदा है, ये परमात्मा ਵੱਲੋਂ ਕੀਤਾ ਗਿਆ, ਵਰਤਾਇਆ ਗਿਆ ਭਾਣਾ ਹੈ। ਇਹ ਉਹਦੇ ਹੁਕਮ ਦੀ ਖੇਡ ਹੈ। तो ਇਹਨੂੰ ਇਸ ਤਰੀਕੇ ਦੇ ਨਾਲ ਜ਼ਬਰਦਸਤੀ ਕਰਕੇ ਬਈ ਇੰਜ ਹੋਇਆ। ਫਿਰ ਅੱਛਾ ਉਹ ਲੋਕ ਸਵਾਲ ਕਰ ਦਿੰਦੇ ਨੇ ਜੀ ਕਿ ਕੋਈ ਪੱਥਰ ਜਾਂ ਪਹਾੜ ਕੋਈ ਜੋਨੀ ਥੋੜਾ ਹੈ, ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਪਹਾੜ ਦੀ ਜੂਨੀ ਜਾਂ ਪੱਥਰ ਦੀ ਜੂਨੀ ਚ ਪਿਆ। ਅਸੀਂ ਤੇ ਇਸ ਗੱਲ ਦੇ ਨਾਲ ਆਰਗੂਮੈਂਟ ਕਰਦੇ ਨਹੀਂ। ਪਹਿਲੀ ਗੱਲ ਤਾਂ ਸਾਡਾ ਇਹ ਸਟੈਂਡ ਹੈ ਕਿ ਵੈਸੇ ਪਰਮਾਤਮਾ ਨੇ ਜੋ ਕੁਝ ਵੀ ਕੀਤਾ ਜਾਂ ਜੋ ਕੁਝ ਉਹ ਕਰ ਰਿਹਾ ਹੈ, ਉਹਦੀ 100% ਅੰਡਰਸਟੈਂਡਿੰਗ ਨਾ ਮੈਨੂੰ ਹੋ ਸਕਦੀ ਹੈ ਨਾ ਤੁਹਾਨੂੰ ਹੋ ਸਕਦੀ ਹੈ। ਤੇ ਦਾਅਵਾ ਤਾਂ ਅਸੀਂ ਨਹੀਂ ਕਰ ਸਕਦੇ ਕਿ ਵੀ ਜੋ ਅਸੀਂ ਗੱਲ ਕਰ ਰਹੇ ਹਾਂ ਉਹੀ ਫਾਈਨਲ ਹੈ, ਤੇ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਦਾਅਵਾ ਨਹੀਂ ਕਰ ਸਕਦੇ ਕਿ ਜੋ ਤੁਸੀਂ ਕਹਿ ਰਹੇ ਹੋ ਉਹੀ ਫਾਈਨਲ ਹੈ। ਪਰਮਾਤਮਾ ਦੀ ਖੇਡ, ਪਰਮਾਤਮਾ ਦੇ ਕੁਦਰਤ ਦਾ ਜੋ ਰੰਗ ਹਨ ਉਹ ਪਰਮਾਤਮਾ ਹੀ ਜਾਣਦਾ ਹੈ। ਕੋਈ ਇਨਸਾਨ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਨੂੰ 100% ਸਾਰੀ ਗੱਲ ਸਮਝ ਆ ਗਈ ਹੈ ਕਿ ਪਰਮਾਤਮਾ ਇਸ ਕੁਦਰਤ ਨੂੰ ਕਿਵੇਂ ਚਲਾ ਰਿਹਾ ਹੈ, ਇਨਸਾਨਾਂ ਨੂੰ ਕਿਵੇਂ ਪੈਦਾ ਕਰਦਾ ਹੈ, ਕਿਵੇਂ ਉਹਨਾਂ ਨੂੰ ਮਾਰਦਾ ਹੈ, ਉਹਨਾਂ ਦੇ ਨਾਲ ਕੀ ਕੁਝ ਬੀਤਦਾ ਹੈ। ਇਹ ਸਭ ਪਰਮਾਤਮਾ ਦੀ ਆਪਣੀ ਖੇਡ ਹੈ, ਉਹਦੇ ਹੁਕਮ ਦੀ ਖੇਡ ਹੈ। ਕੋਈ ਇਨਸਾਨ ਇਹ ਦਾਅਵਾ ਕਰੇ ਕਿ ਭਈ ਮੈਂ ਸਭ ਕੁਝ ਸਮਝ ਗਿਆ ਹਾਂ, ਤਾਂ ਉਹ ਤਾਂ ਫਿਰ ਪਰਮਾਤਮਾ ਦੀ ਬਰਾਬਰੀ ਕਰਨ ਦੇ ਦਾਅਵੇ ਵਰਗੀ ਗੱਲ ਹੋ ਜਾਏਗੀ, ਜੋ ਕਿ ਗੁਰਮਤਿ ਦੇ ਅਨੁਕੂਲ ਨਹੀਂ ਹੈ। तो जिन्नी को बाणी नूं पढ़ के सोझी मिलती है और जो शब्दावली दी जिस तरीके नाल वरतों कीती जाती है, ਉਹਦੇ ਤੋਂ ਤਾਂ ਗੱਲ ਇਹੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਕਿ ਪਰਮਾਤਮਾ ਨੇ ਹੀ ਜੀਵਾਂ ਨੂੰ ਸੈਲ ਗਿਰ ਕਰਿਆ। ਆਪ ਪੱਥਰ ਚਟਾਨਾ ਬਣਾਇਆ। ਕਈ ਜਨਮ ਗਰਭ ਹਿਰ ਖਰਿਆ। ਕਈ ਜਨਮਾਂ ਵਿੱਚ ਤੇਰੀ ਮਾਤਾ ਦਾ ਗਰਭ ਛਨ ਗਿਆ, ਗਿਰ ਗਿਆ। ਕਈ ਜਨਮ ਸ਼ਾਖ ਕਰ ਉਪਾਇਆ। ਕਈ ਜਨਮਾਂ ਵਿੱਚ ਤੈਨੂੰ ਕਿਸਮ ਕਿਸਮ ਦੇ ਰੁੱਖ ਬਣਾ ਕੇ ਪੈਦਾ ਕੀਤਾ ਗਿਆ। ਲੱਖ 84 ਜੋਨ ਭਰਮਾਇਆ। ਤੇ ਇਸੇ ਤਰ੍ਹਾਂ 84 ਲੱਖ ਜੋਨਾਂ ਵਿੱਚ ਤੈਨੂੰ ਭਟਕਾਇਆ ਗਿਆ, ਘੁਮਾਇਆ ਗਿਆ। तो अखीर ते जाके फिर जो अगले तीजे विच गल करदे हन कि साध संग भयो जन्म प्राप्त। साध संग भयो जन्म प्राप्त। हुण तैनूं मनुखा जन्म मिलिया है ते साध संगत की प्राप्ति हुई है। तो इसलिए इस साध संगत जुड़ के तू कर सेवा, भज हर हर गुरमत, त्याग मान झूठ अभिमान, जीवत है दरगाह परवान। सेकंड जी कोई थोड़ी डिस्टरबेंस आ रही है। हाँ जी। सो त्याग मान झूठ अभिमान, जीवत मरै दरगाह परवान। तो इत्थे जो लफ्ज जीवत मरै दे आए हैं, इत्थे इस अर्थां विच आए हैं कि परमात्मा की दरगाह में तदों ही कबूल होवेगा जे तू ये जीवन जिउंदा ही आपा भाव वल्लों मरेगा। हुण गुरबाणी दे अंदर ये शब्दावली इस सेंस विच भी वरती गई है
ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਇਹਨਾਂ ਨੂੰ ਨਾਰਮਲ ਸੈਂਸ ਵਿੱਚ ਕਿਧਰੇ ਵਰਤਿਆ ਹੀ ਨਹੀਂ ਗਿਆ। ਸੋ ਜੀਵਤ ਮਰੇ ਦੇ ਹਰ ਜਗ੍ਹਾ ਦੇ ਉੱਤੇ ਆਤਮਕ ਤੌਰ ਦੇ ਜੀਵਨ ਤੇ ਆਤਮਕ ਤੌਰ ਦੇ ਮਰਨ ਦੇ ਹਰ ਜਗ੍ਹਾ ਤੇ ਅਰਥ ਨਹੀਂ ਕੀਤੇ ਜਾ ਸਕਦੇ। ਇਹ ਜੀਵਨਾ ਔਰ ਮਰਨਾ ਜੋ ਹੈ ਸਰੀਰਕ ਰੂਪ ਦੇ ਵਿੱਚ ਜਨਮ ਲੈਣਾ ਔਰ ਮਰਨ ਦੇ ਨਾਲ ਵੀ ਇਹਨਾਂ ਦੀ ਵਰਤੋਂ ਕੀਤੀ ਗਈ ਹੈ। ਤੇ ਭਾਵਾਤਮਕ ਰੂਪ ਦੇ ਅੰਦਰ ਇੱਥੇ ਜਿਸ ਤਰ੍ਹਾਂ ਜੀਵਤ ਮਰਿਆ ਦਰਗਾਹ ਪ੍ਰਵਾਨ ਇੱਥੇ ਕੀਤੀ ਗਈ ਉਸ ਤਰ੍ਹਾਂ ਵੀ ਇਸਤੇਮਾਲ ਕੀਤਾ ਗਿਆ ਹੈ। ਪਰ ਕਿਉਂਕਿ ਜੇ ਇੱਕ ਵਾਰੀ ਇੱਥੇ ਇਹ ਅਰਥ ਆ ਗਏ ਹਨ ਕਿ ਜੀਵਤ ਮਰਿਆ ਦਰਗਾਹ ਪ੍ਰਵਾਨ, ਤਾਂ ਇਹਦੇ ਤੋਂ ਇਹ ਸੇਧ ਨਹੀਂ ਲਈ ਜਾ ਸਕਦੀ ਵੀ ਹਰ ਜਗ੍ਹਾ ਜਿੱਥੇ ਜਨਮ ਤੇ ਮਰਨ ਦੀ ਗੱਲ ਆਈ ਹੈ ਉਹ ਨਿਰੋਲ ਮਨੁੱਖਾ ਜਨਮ ਦੇ ਅੰਦਰ ਆਤਮਕ ਜੀਵਨ ਤੇ ਆਤਮਕ ਮਰਨ ਦੀ ਹੀ ਗੱਲ ਆਈ ਹੈ, ਸਰੀਰ ਦੇ ਗੱਲ ਨਹੀਂ ਆਈ। ਇਸ ਤਰੀਕੇ ਦਾ ਸਟੈਂਡ ਨਹੀਂ ਲਿਆ ਜਾ ਸਕਦਾ। तो इसलिए ਜਿਹੜੇ ਪਿਛਲੇ ਪੰਕਤੀਆਂ ਦੇ ਅੰਦਰ ਜਨਮ ਮਰਨ ਦੀ ਗਰਭ ਦੀ ਗੱਲ ਆਈ ਹੈ ਉਹ ਸਰੀਰਕ ਰੂਪ ਦੇ ਵਿੱਚ ਜਨਮ ਔਰ ਮਰਨ ਦੀ ਗੱਲ ਚੱਲ ਰਹੀ ਹੈ। ਲੱਖ 84 ਜੋਨ ਪਰਮਾਇਆ ਦੀ ਗੱਲ ਵੀ ਸਰੀਰਕ ਰੂਪ ਦੇ ਅੰਦਰ ਜਨਮ ਲੈਣ ਤੇ ਮਰਨ ਦੀ ਗੱਲ ਹੋ ਰਹੀ ਹੈ। ਸੋ ਜੀਵਤ ਮਰੇ ਦਰਗਾਹ ਪ੍ਰਵਾਨ ਜਿਹੜਾ ਹੈ ਇੱਥੇ ਅਰਥ ਉਹ ਜ਼ਰੂਰ ਹਨ ਕਿ ਤੂੰ ਆਪਣੇ ਪ੍ਰਮਾਤਮਾ ਦੀ ਦਰਗਾਹ ਵਿੱਚ ਤਾਂ ਹੀ ਕਬੂਲ ਹੋਵੇਗਾ ਜੇ ਤੂੰ ਜਿਉਂਦੇ ਜੀ ਆਪਾ ਭਾਵ ਨੂੰ ਮਾਰ ਲਵੇਂਗਾ। तो आखिरी पंक्तियां फिर गुरु साहब कहते हैं कि जो कुछ हुआ सो तुझ ते होग अवर ना दूजा करना जोग। ये जो कुछ भी ये प्रभु तू कर रहा है वो सब कुछ तेरे ही भाने अंदर हो रहा है, तेरे हुक्म दे विच ही हो रहा है। इसे होर दी की समर्था हो सकती है कि तेरे कीते नूं वो पूरी तरह नाल समझ सके या उस दे विच कोई बदल कुछ कर सके, कुछ चेंज कर सके। तेरे नाल तां मिलन वास्ते जो एक ढंग है कि तां मिलीए जां लह मिलाए, कहो नानक हर हर गुण गाए। जीव दे वास्ते तां यही उहदा फकदा है कि वो परमात्मा दे गुण गा गा के ते परमात्मा दे नाल मिल लवे। ते मिलेगा भी तां ही जे तू आप बख्शिश करके उहनूं अपने नाल मेल लएगा। तो अल्टीमेट सब कुछ करन कराउण वाला परमात्मा है, सब कुछ उहदी रज़ा दे विच ही हुंदा है। ਕਿਸੇ ਜੀਵ ਦੀ ਇਹ ਪਾਇਆ ਹੀ ਨਹੀਂ ਹੈ ਕਿ ਉਹ ਇਹ ਦਾਅਵਾ ਕਰ ਸਕੇ ਵੀ ਮੈਨੂੰ ਪਤਾ ਹੈ ਕਿ ਪਰਮਾਤਮਾ ਕੀ ਕਰਦਾ ਹੈ ਤੇ ਕਿਉਂ ਕਰਦਾ ਹੈ। ਪਰ ਜੋ ਸ਼ਬਦ ਦੇ ਰਹਾਉ ਦੇ ਬੰਦ ਦੇ ਵਿੱਚ ਗੱਲ ਆਈ ਹੈ ਔਰ ਜੋ ਸ਼ਬਦ ਦੀ ਬਾਕੀ ਪਦਿਆਂ ਦੇ ਅੰਦਰ ਸ਼ਬਦਾਵਲੀ ਹੈ ਉਹਦੇ ਤੋਂ ਗੱਲ ਇਹੀ ਸਾਨੂੰ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਮਨੁੱਖਾ ਜੀਵਨ ਜਿਹੜਾ ਹੈ ਉਹ ਇਨਸਾਨ ਨੂੰ ਬਖਸ਼ਿਆ ਹੈ ਆਪਣੇ ਨਾਲ ਮਿਲਣ ਦੇ ਸਮਾਂ ਮੌਕਾ ਦੇਣ ਵਾਸਤੇ। चिरंकाल ए दे संजरिया मिल जगदीश मिलन की बरिया। ये वारी है परमात्मा दे नाल भेद होण दी। पर इस तो पहला भी इंसान अनेकां दुनिया चों भटकदा होया आया है ते हुण उहनूं इंसान दी जूनी मिली है, देर नाल मिली है, बड़े चिरा बदों मुद्दत बदों मगरों मिली है। पर वो मिली है वारी परमात्मा दे नाल मिलाप हासिल करन दी। वो मिलाप होएगा प्रभु की कृपा द्वारा ही। उहदा तरीका है कि साध संगत जुड़ के हरि दा सिमरन कर ओदी बंदगी कर। तो इस शब्द तो सानू यही सेध मिलती है कि पुनर्जन्म की गल गुरु साहब ने की है, अलग अलग जूनिया च भरमन की गल की है। तो इतने ही बचन प्रवान करने जी। होइयां भुल्लां दी क्षमा। वाहिगुरू जी का खालसा वाहिगुरू जी की फतेह। तो साध संगत जी इस विषय ते काफ़ी ਵੱਖ-ਵੱਖ ਰਾਵਾਂ ਹਨ, ਉਹ ਵੱਖ-ਵੱਖ ਲਿਖਾਰੀਆਂ ਨੇ ਵੱਖ-ਵੱਖ ਗੱਲਾਂ ਲਿਖੀਆਂ ਨੇ। ਪਰ ਪੈਨਲ ਦੇ ਵਿੱਚ ਸਾਰੀ ਚੀਜ਼ ਇਹ ਵਿਚਾਰ ਕੇ ਜੋ ਜਵਾਬ ਬਣਿਆ ਵੀਰ MP ਸਿੰਘ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਬਈ ਇਹ ਜਿਹੜਾ ਕਿਉਂਕਿ ਵਿਸ਼ਾ ਜਿਹੜਾ ਇਹਦੇ ਬਾਰੇ ਮੈਂ ਕਿਹਾ ਕਿ ਵੇਰੀਡ ਓਪੀਨੀਅਨਸ ਹੈਗੀਆਂ ਨੇ। ਇੱਕ ਗੱਲ ਤੇ ਆਪਾਂ ਕਰ ਸਕਦੇ ਹਾਂ ਜੀ ਵੀ ਇਹ ਜਿਹੜਾ ਸਾਡਾ ਸਮਾਂ ਨਿਕਲ ਗਿਆ, ਪੁਰਾਣੀ ਜੂਨ ਹੋਵੇ ਜਾਂ ਪੁਰਾਣਾ ਸਮਾਂ ਉਹ ਤੇ ਵਾਪਸ ਆਉਣਾ ਨਹੀਂ, ਆਉਣ ਵਾਲੇ ਦਾ ਪਤਾ ਕੋਈ ਨਹੀਂ। ਸਾਡੇ ਕੋਲ ਇੱਕੋ ਆਪਸ਼ਨ ਹੈ, ਦੀ ਓਨਲੀ ਆਪਸ਼ਨ ਇਜ਼ ਕਿ ਅਸੀਂ ਪ੍ਰੈਜ਼ੈਂਟ ਵਿੱਚ ਜੀਵੀਏ। ਤਾਂ ਹੁਣ ਸਾਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਹੈ, ਜਿਹੜਾ ਅੱਜ ਅਸੀਂ ਬਿਤਾ ਰਹੇ ਹਾਂ, ਆਓ ਇਹਦੇ ਵਿੱਚ ਅਸੀਂ ਬਹੁਤ ਵਧੀਆ ਨੇਕ ਕੰਮ ਕਰੀਏ ਤੇ ਆਪਣੇ ਇਸ ਜਿਹੜਾ ਜਨਮ ਸਾਨੂੰ ਹੁਣ ਮਿਲਿਆ ਇਸ ਜਨਮ ਨੂੰ ਸਫਲਿਆ ਕਰੀਏ। ਤਾਂ ਇਹਦੇ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ ਕਿ ਜਿਹੜਾ ਜਨਮ ਸਾਨੂੰ ਮਿਲਿਆ ਕਿਸ ਤਰ੍ਹਾਂ ਮਿਲਿਆ ਇਹ ਵਾਹਿਗੁਰੂ ਜੀ ਜਾਣਦੇ ਨੇ। ਜਿਵੇਂ MP ਸਿੰਘ ਨੇ ਦੱਸਿਆ ਕਿ ਵਾਹਿਗੁਰੂ ਦੀਆਂ ਬਾਤਾਂ ਵਾਹਿਗੁਰੂ ਜਾਣਦੇ ਨੇ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਵਾਹਿਗੁਰੂ ਜੀ ਨੇ ਮਿਹਰਬਾਨੀ ਕਰਕੇ ਸਾਨੂੰ ਮਨੁੱਖ ਬਣਾਇਆ, ਆਓ ਆਪਾਂ ਮਨੁੱਖਾਂ ਵਾਲੇ ਕੰਮ ਕਰੀਏ ਔਰ ਵਧੀਆ ਵਧੀਆ ਕੰਮ ਕਰਕੇ ਇਸ ਜੀਵਨ ਦੇ ਵਿੱਚ ਇਸ ਜੀਵਨ ਨੂੰ ਸਫਲਿਆ ਕਰ ਸਕੀਏ। ਤੇ MP ਸਿੰਘ ਜੀ ਧੰਨਵਾਦ ਆਪ ਜੀ ਦਾ। ਤੇ ਭੈਣ ਤੇਜਿੰਦਰ ਕੌਰ ਜੀ ਨੇ ਇੱਕ ਕੁਐਸਚਨ ਪਾਇਆ ਗਰੁੱਪ ਚੈਟ ਵਿੱਚ। ਭੈਣ ਜੀ ਤੁਹਾਡਾ ਕੁਐਸਚਨ ਜਿਹੜਾ ਅਗਲੇ ਸੋਮਵਾਰ ਲੈ ਲਿਆ ਜਾਏਗਾ। तो डॉक्टर कृपाल सिंह जी ने भी कुछ अपने ऑब्जरवेशन ਜਿਹੜੀਆਂ ਨੇ ਉਹ ਗਰੁੱਪ ਚੈਟ ਵਿੱਚ ਪਾਈਆਂ ਨੇ। तो डॉक्टर साहब मैं बेनती कर दिया कि जो तुसी कह रहे हो बिल्कुल साडी मीनस मिनिस्ट्री सिख मिनिस्ट्री कॉलेज या ईवन मैं कहांगा कि
ਜਿਹੜੀ ਪੰਥਕ ਵਿਚਾਰਧਾਰਾ ਵੀ ਇਹੀ ਹੈ ਕਿ ਸਾਨੂੰ ਜਿਹੜਾ ਜ਼ੋਰ ਹੈ ਉਹ ਮੀਰੀ ਪੀਰੀ ਦੇ ਸਿਧਾਂਤ ਤੇ, ਭਾਵ ਇਹ ਹੈ ਕਿ ਇੱਕ ਅੱਛਾ ਜੀਵਨ ਆਪ ਜਿਉਣਾ ਤੇ ਬਾਕੀਆਂ ਨੂੰ ਵਿੱਚ ਵੰਡ ਛਕਣ, ਮਦਦ ਕਰਨੀ ਹੈ। ਬਾਕੀ ਠੀਕ ਹੈ ਕਿ ਬਿਲਡਿੰਗਸ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ, ਇੱਕ ਟ੍ਰੈਂਡ ਜਿਹਾ ਚੱਲਿਆ। ਜੇ ਅਸੀਂ ਗੁਰਦੁਆਰਿਆਂ ਤੇ ਬਿਲਡਿੰਗਾਂ ਤੇ ਸੋਨੇ ਲਾ ਰਹੇ ਹਾਂ ਤੇ ਬੜੇ ਮਤਲਬ ਆਲੀਸ਼ਾਨ, ਦੇਖੋ ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ, ਕੋਈ ਦੂਜੀ ਰਾਏ ਨਹੀਂ ਹੈ, ਪਰ ਸਾਨੂੰ ਗੁਰਦੁਆਰੇ ਤੇ ਇੰਨਾ ਸੋਨਾ ਲਾ ਕੇ ਜਾਂ ਹੋਰ ਇੰਨੇ ਪੈਸੇ ਲਾ ਕੇ, ਉਹਦਾ ਕਾਰਨ ਇਹ ਹੈ ਕਿ ਜ਼ਿਆਦਾ ਜਿਹੜਾ ਇਹ ਸਾਡੀ એનર્ਜੀ ਹੈ ਔਰ ਸਾਡੀ ਜਿਹੜੀ ਦੌਲਤ ਹੈ ਉਹ ਸਾਰੀ ਪ੍ਰਚਾਰ ਤੇ ਲੱਗਣੀ ਚਾਹੀਦੀ, ਤਾਂ ਜੇ ਅੱਛੇ ਮਤਲਬ ਹੈ ਵੀ ਜੀਵਨ ਜਿਹੜੇ ਨੇ ਉਹ ਘੜੇ ਜਾ ਸਕਣ, ਪੈਦਾ ਹੋ ਸਕਣ। ਔਰ ਆਪਣੀ ਕੌਮ ਲਈ ਜਾਂ ਮਨੁੱਖਤਾ ਲਈ ਸਾਨੂੰ ਆਪਣੇ ਅਰਨਿੰਗਸ ਦੇ ਦਸਵੰਧ ਦੇ ਨਾਲ ਸਾਨੂੰ ਉਹਦੇ ਲਈ, ਮਨੁੱਖਤਾ ਦੇ ਭਲੇ ਲਈ ਜਿਹੜੇ ਕੰਮ ਨੇ ਉਹਨਾਂ ਤੇ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਹੈ। ਕਿ ਜਿਸ ਤਰ੍ਹਾਂ ਤੁਸੀਂ ਬਾਕੀ ਲਿਖਿਆ, ਮੈਂ ਬਿਲਕੁਲ ਉਹਦੇ ਨਾਲ ਸਹਿਮਤ ਹਾਂ। ਤੇ ਸਤਿਗੁਰੂ ਕਿਰਪਾ ਕਰਨ ਅਸੀਂ ਸਾਰੇ ਇਸ ਸੋਚ ਦੇ ਧਾਰਨੀ ਹੋਈਏ ਕਿ ਅਸੀਂ ਕੇਵਲ ਵੱਡੀਆਂ ਬਿਲਡਿੰਗਾਂ ਬਣਾ ਕੇ ਜਾਂ ਕੇਵਲ ਲੰਗਰ ਲਾ ਕੇ ਖੁਸ਼ ਨਾ ਹੋਈਏ, ਅਸੀਂ ਦੇਖੀਏ ਕਿ ਉਹਦੀ ਆਊਟਪੁੱਟ ਕੀ ਹੈ, ਅਲਟੀਮੇਟ ਆਊਟਪੁੱਟ ਕੀ ਹੈ।